ਜੀ अस्सलाम वालेकुम। मैं नज़र अब्बास लंदन ਤੋਂ ਕਾਫੀ ਦਿਨਾਂ ਦੀ ਕਹਿ ਲਓ ਕਿ ਵਕਫੇ ਤੋਂ ਬਾਅਦ ਪੰਜਾਬੀ 'ਚ ਗੱਲ ਕਰਨਾ ਚਾਹ ਰਹੇ ਹਾਂ ਤੁਹਾਡੇ ਸਾਰਿਆਂ ਨਾਲ। ਉਹਦੀ ਵਜ੍ਹਾ ਹੈ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਣਾ ਜ਼ਰੂਰੀ, ਜਿਹੜੀ ਗੱਲ ਹੁਣ ਮੈਂ ਕਰਨ ਲੱਗਾ। ਗੱਲ ਇਸ ਤਰ੍ਹਾਂ ਜੀ ਕਿ ਪਿਛਲੇ ਕੋਈ ਲਾ ਲਓ ਕਿ 24-25 ਘੰਟੇ ਦੀ ਲਾ ਲਓ ਕਿ ਜਿਹੜੀ ਗੁਫ਼ਤਗੂ-ਸ਼ਨੀਦ ਲੋਕਾਂ ਨਾਲ ਮਿਲਣ ਮਿਲੀਏ ਤੋਂ ਬਾਅਦ ਮੈਂ ਇਸ ਨਤੀਜੇ ਤੇ ਪਹੁੰਚਿਆ, ਜੋ ਡਿਵੈਲਪਮੈਂਟ ਹੋਈਆਂ ਉਹ ਤੁਹਾਡੇ ਸਾਹਮਣੇ ਨੇ ਕਿ ਜੀ ਕੋਈ ਓਵਰਸੀਜ਼ ਪਾਕਿਸਤਾਨੀ ਬਾਹਰੋਂ ਜਾ ਕੇ ਲੋਕੀ ਮਿਲੇ, ਜਰਨੈਲਾਂ ਨੂੰ, ਉੱਥੇ ਕੋਈ ਗੱਪਸ਼ਪ ਹੋਈ ਉਹਨਾਂ ਦੀ। ਉਹ ਸਾਰੀਆਂ ਚੀਜ਼ਾਂ ਦੇਖ ਕੇ ਕੁਛ ਡਿਵੈਲਪਮੈਂਟ ਪਾਕਿਸਤਾਨ ਦੇ ਉੱਤੇ ਪਾਬੰਦੀ, ਉਹ ਟੈਰਫ ਲਾਤਾ, ਮਤਲਬ ਟੈਕਸ ਲਾਤਾ ਅਮਰੀਕਾ ਨੇ। ਤੇ ਇਹ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਔਰ ਬਲੋਚਿਸਤਾਨ ਜਿਹੜੀ PTI ਨੇ, PDM ਜਿਹੜੀ ਇਤਿਹਾਦ ਬਣਿਆ ਨਵਾਂ, ਉਹਦੇ ਚਚਕ ਜ਼ਈ ਸਾਹਿਬ ਨੇ ਤੇ ਮੁਹੰਮਦ ਰਜ਼ਾ ਸਾਹਿਬ ਨੇ, PTI ਵੀ ਉੱਥੇ ਲੀਡਰਸ਼ਿਪ ਗਈ ਦੀ ਹੈ ਬਲੋਚਿਸਤਾਨ। ਉਹਨਾਂ ਦੀ ਤਕਰੀਰਾਂ ਸੁਣ ਕੇ, ਚੀਜ਼ਾਂ ਸੁਣ ਕੇ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਖਾਨ ਸਾਹਿਬ ਬਾਹਰ ਆ ਰਹੇ ਆ। ਇਹਨਾਂ ਕੋਲ ਹੁਣ ਰਸਤਾ ਕੋਈ ਨਹੀਂ ਹੈ ਇਮਰਾਨ ਖਾਨ ਨੂੰ ਛੱਡੇ ਬਗੈਰ। ਦੇਖੋ, ਅਗਰ ਤੇ ਪਾਕਿਸਤਾਨ ਨਾਲ ਤੁਹਾਨੂੰ ਪਿਆਰ ਆ, ਇਹ ਬੜੀ ਸੋਲਿਡ ਗੱਲ ਹੈ, ਇਹ ਬੜੀ ਪੱਕੀ ਪੀਡੀ ਗੱਲ ਹੈ। ਔਰ ਇਹ ਖਾਨ ਸਾਹਿਬ ਦੇ ਬਾਹਰ ਆਉਣ ਦੇ ਪਿੱਛੇ ਪਾਕਿਸਤਾਨ ਦੀ ਆਵਾਮ ਦਾ ਬਹੁਤ ਬੜਾ ਹੱਥ ਹੈ, ਸੋਸ਼ਲ ਮੀਡੀਆ ਦਾ ਬੜਾ ਹੱਥ ਹੈ, ਓਵਰਸੀਜ਼ ਪਾਕਿਸਤਾਨ ਦਾ ਬੜਾ ਹੱਥ ਹੈ। ਹੁਣ ਇਸ ਵੇਲੇ ਆਸਮ ਮੁਨੀਰ ਸਾਹਿਬ ਬਾਹਰੋਂ ਕਿਰਾਏ ਤੇ ਬੰਦੇ ਬੁਲਾ ਕੇ ਪਾਕਿਸਤਾਨ ਦੇ ਵਿੱਚ ਕੋਈ ਪ੍ਰੋਗਰਾਮ ਕਰਨਾ ਚਾਹ ਰਹੇ, ਓਵਰਸੀਜ਼ ਪਾਕਿਸਤਾਨੀ ਆ ਰਹੇ। ਜ਼ਾਹਿਰਾ ਹੁਣ ਜਦੋਂ ਇੱਕ ਹਲਕੇ ਦੇ ਵਿੱਚ ਅਗਰ PTI ਦੇ 100 ਚੋਂ 70 ਵੋਟ ਨੇ ਤੇ 30 ਵੋਟ ਜ਼ਾਹਿਰਾ ਮੁਸਲਿਮ ਲੀਗ ਨੂਨ ਦੇ ਵੀ ਹੋਣਗੇ ਜਾਂ ਦੂਜੀਆਂ ਪਾਰਟੀਆਂ ਦੇ ਵੀ ਹੋਣਗੇ, ਤਾਂ ਬੰਦੇ ਤੇ ਹੈ ਨੇ। ਤਾਂ ਉਹ ਜਿਹੜੇ ਬੰਦੇ ਜਿਹੜੇ ਬਾਹਰ ਬੈਠੇ ਨੇ, ਜਿਹੜੇ ਉਹਨਾਂ ਨੇ ਕੋਈ ਆਪਣੇ 200 ਬੰਦਾ ਇੰਗਲੈਂਡ ਤੋਂ, 200-300 ਇੱਧਰੋਂ ਫਰਾਂਸ ਤੋਂ, ਜਰਮਨੀ ਤੋਂ, ਇੱਥੋਂ ਬੰਦੇ ਇਕੱਠੇ ਕਰ ਰਹੇ ਆ। ਔਰ ਇਹ ਸਾਰੇ ਬੰਦੇ ਇਕੱਠੇ ਹੋ ਕੇ ਜਾ ਰਹੇ ਜੀ ਪਾਕਿਸਤਾਨ, ਉੱਥੇ ਕਰਨ ਲੱਗੇ ਜਲਸਾ, ਉੱਥੇ ਇੱਕ ਬੜਾ ਵੱਡਾ ਫੰਕਸ਼ਨ ਕਰਨ ਲੱਗੇ ਨੇ। ਉਹਦੇ ਵਿੱਚ ਆਸਮ ਮੁਨੀਰ ਸਾਹਿਬ ਆਪਣੀ ਤਕਰੀਰਾਂ ਕਰਨਗੇ। ਹੁਣ ਜਿਹੜੀ ਗੱਲ ਮੈਂ ਇਨਫੋਰਮੇਸ਼ਨ ਮੈਨੂੰ ਮਿਲੀ ਹੈ ਉਹ ਹੋਰ ਹੈ, ਤੇ ਉਹ ਜਿਹੜੀ ਹੋਰ ਪਾਸੇ ਲੈ ਕੇ ਜਾ ਰਹੀ ਹੈ। ਆਸਮ ਮੁਨੀਰ ਜਿਹੜਾ ਕੰਮ ਕਰ ਰਿਹਾ ਹੋਰ ਪਾਸੇ ਲੈ ਕੇ ਜਾ ਰਿਹਾ। ਪੋਜੀਸ਼ਨ ਇਹ ਹੈ ਸਰ ਕਿ ਅਮਰੀਕਾ ਟਰੰਪ ਵੱਲੋਂ ਸਾਨੂੰ ਬੜਾ ਸੀ ਜੀ, ਲੋਕੀ ਬੜਾ ਕਹਿ ਰਹੇ ਜੀ ਟਰੰਪ ਨੇ ਕੋਈ ਪਤਾ ਨਹੀਂ ਹੈਲਪ ਕਰ ਦੇਣੀ ਹੈ ਜਾਂ ਸਾਨੂੰ ਕੋਈ ਬੰਦਿਆਂ ਨੂੰ। ਸਰ ਕੋਈ ਵੀ ਸਾਡਾ ਯਾਰ ਸੱਜਣ ਨਹੀਂ ਹੈ, ਚਾਹੇ ਬਾਹਰ ਬੈਠੇ ਚਾਹੇ ਜਿੰਨੇ ਵੀ ਨੇ। ਕਦੀ ਕੋਈ ਮੁਸਲਮਾਨਾਂ ਦਾ ਵੀ ਯਾਰ ਸੱਜਣ ਹੋਇਆ, ਆਪਣਾ ਸੱਜਣ ਆਪ ਹੀ ਬਣੀਦਾ, ਬਾਹਰੋਂ ਕਿਸੇ ਨੂੰ ਨਹੀਂ ਬਣਨਾ। ਤੇ ਪੋਜੀਸ਼ਨ ਇਹ ਹੈ ਕਿ ਬਾਹਰ ਲੋਕਾਂ ਨੂੰ ਲੱਗ ਗਿਆ ਪਤਾ, ਅਮਰੀਕਾ ਨੂੰ ਲੱਗ ਗਿਆ ਇਸ ਗੱਲ ਦਾ ਪਤਾ ਕਿ ਪਾਕਿਸਤਾਨ ਦੀ ਫੌਜ ਦੇ ਨਾਲ ਪਾਕਿਸਤਾਨ ਦੀ ਆਵਾਮ ਕੋਈ ਨਹੀਂ। ਤੇ ਜਿਸ ਮੁਲਕ ਦੀ ਫੌਜ ਦੇ ਨਾਲ ਆਵਾਮ ਨਾ ਹੋਵੇ, ਉਹਨੂੰ ਤੋੜਨਾ ਭੰਨਣਾ ਬੜਾ ਆਸਾਨ ਕੰਮ ਹੈ, ਬੜਾ ਆਸਾਨ ਕੰਮ ਹੈ। ਔਰ ਪਾਕਿਸਤਾਨ ਦੀ ਫੌਜ ਨੂੰ ਇਸ ਗੱਲ ਦਾ ਪਤਾ, ਔਰ ਉਹ ਚਾਹੁੰਦੀ ਕਿ ਆਵਾਮ ਸਾਡੇ ਨਾਲ ਰਲ ਜਾਏ। ਲੇਕਿਨ ਉਸ ਆਵਾਮ ਨੂੰ ਆਪਣੇ ਨਾਲ ਰਲਾਉਣ ਵਾਸਤੇ, ਆਪਣੇ ਨਾਲ ਕਰਨ ਵਾਸਤੇ, ਆਪਣੇ ਵੱਲ ਕਰਨ ਵਾਸਤੇ ਜਿਹੜੇ ਤਰੀਕੇ ਇਖਤਿਆਰ ਕੀਤੇ ਜਾ ਰਹੇ, ਉਹ ਹੈ ਕਿ ਸੋਟੀਆਂ ਮਾਰ ਕੇ, ਜੁੱਤੀਆਂ ਮਾਰ ਕੇ ਆਪਣੇ ਨਾਲ ਕਰੋ, ਚਪੇੜਾਂ ਮਾਰ ਕੇ ਆਪਣਾ ਨਾਲ ਕਰੋ। ਇਮਰਾਨ ਖਾਨ ਨੂੰ ਭੁੱਲ ਜਾਓ ਤੇ ਅਸੀਂ ਤੁਹਾਡੇ ਨਾਲ। ਇਸ ਤਰ੍ਹਾਂ ਨਹੀਂ ਹੋਣਾ। ਹੁਣ ਫੌਜ ਨੇ ਇਮਰਾਨ ਖਾਨ ਦੇ ਨਾਲ ਹੋਣਾ, ਆਵਾਮ ਦੇ ਨਾਲ ਹੋਣਾ। ਅਗਰ ਫੌਜ ਆਵਾਮ ਨਾਲ ਹੁੰਦੀ ਹੈ ਤਾਂ ਸੂਰਤ ਹਾਲ ਡਿਫਰੈਂਟ ਹੁੰਦੀ। ਹੁਣ ਪੋਜੀਸ਼ਨ ਇਹ ਹੈ ਕਿ ਜਿਹੜੇ ਐਸਟੈਬਲਿਸ਼ਮੈਂਟ ਦੇ ਵਿੱਚ ਬੰਦੇ ਬੈਠੇ ਨੇ, ਉਹ ਇਹ ਸੋਚ ਰਹੇ ਨੇ ਕਿ ਇਮਰਾਨ ਖਾਨ ਇੱਕ ਵਾਹਦ ਬੰਦਾ ਹੈ, ਇੱਕ ਕਨਫਰਮ ਚੀਜ਼ ਜਿਹੜੀ ਮੈਂ ਗੱਲ ਕਰ ਰਿਹਾ ਬਿਲਕੁਲ ਕਨਫਰਮ ਹੈ। ਉਹਨਾਂ ਨੂੰ ਇਸ ਪ੍ਰੈਸ਼ਰ ਦਾ ਪਤਾ ਲੱਗ ਗਿਆ ਕਿ ਸਾਨੂੰ ਹੁਣ ਇਸਤੇਮਾਲ ਕਰੇਗਾ ਅਮਰੀਕਾ ਵੀ ਤੇ ਬਾਹਰਲੇ ਵੀ, ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਆਵਾਮ ਦੇ ਵਿੱਚ ਔਰ ਫੌਜ ਦੇ ਵਿੱਚ ਗੈਪ ਆ ਗਿਆ ਬਹੁਤ ਵੱਡਾ, ਵਿੱਚ ਨਾ ਫਾਸਲਾ ਬਹੁਤ ਆ ਗਿਆ। ਔਰ ਉਸ ਫਾਸਲੇ ਨੂੰ ਪੁਰ ਕਰਨ ਵਾਸਤੇ ਜਿਹੜਾ ਪੁੱਲ ਹੈ ਉਹ ਇਮਰਾਨ ਖਾਨ ਹੈ। ਇਹ ਤੇ ਪਤਾ ਲੱਗ ਗਿਆ ਸਾਡੇ ਜਰਨੈਲਾਂ ਨੂੰ, ਜਿਹੜੇ ਕੋਰ ਕਮਾਂਡਰਾਂ ਦੇ ਵਿੱਚ ਕੋਈ ਹੈਗੇ ਨੇ ਜਿਨ੍ਹਾਂ ਨੂੰ ਬੜੀ ਕਿਹੜੇ ਇਮਰਾਨ ਖਾਨ ਨਾਲ ਬੜੀ ਤਕਲੀਫ ਹੈ, ਆਸਮ ਮੁਨੀਰ ਸਮੇਤ ਕੁਝ ਬੰਦੇ ਐਸੇ ਹੈ ਨੇ, ਲੇਕਿਨ ਨਾਂ ਨਹੀਂ ਲਏ ਜਾ ਸਕਦੇ। ਇਸ ਲਈ ਮੈਂ ਤੁਹਾਨੂੰ ਮੁਸਤਰਦ ਖਤ ਜਿਹੜੀ ਨਾ ਉਹ ਗੱਲ ਦੱਸ ਰਿਹਾ। ਉਹ ਪਤਾ ਗੈਪ ਜਿਹੜਾ ਹੈ ਨਾ, ਉਹ ਪਾਕਿਸਤਾਨ ਨੂੰ ਲੈ ਦੇ ਪਏਗਾ। ਔਰ ਇਸ ਗੈਪ ਦਾ ਇਹਦੇ ਵਿੱਚ ਫਾਸਲਾ ਹੈ ਨਾ, ਇਹਦਾ ਫਾਇਦਾ ਉਠਾ ਰਿਹਾ ਅਮਰੀਕਾ ਹੁਣ ਫਾਇਦਾ ਚੁੱਕ ਰਿਹਾ। ਹੁਣ ਇਮਰਾਨ ਖਾਨ ਬਾਹਰ ਆ ਜਾਏ, ਅੰਦਰ ਆ ਜਾਏ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਉਹਨੂੰ ਫਰਕ ਪੈਂਦਾ ਕਿ ਪਾਕਿਸਤਾਨ ਨਾ ਖਲੋਵੇ, ਇੰਡੀਆ ਦੀ ਅਮਲਦਾਰੀ ਹੋਵੇ, ਚਾਈਨਾ ਨੂੰ ਹਿੰਦੂ ਲਾ ਦਈਏ। ਇਹ ਸਾਰੇ ਕੰਮ ਉਹਨਾਂ ਨੂੰ ਸੂਟ ਕਰਦੇ ਆ। ਹੁਣ ਉਹ ਜਿਹੜਾ ਗੈਪ ਅਗਰ ਕ੍ਰੀਏਟ ਹੁੰਦਾ, ਅਗਰ ਉਹਨੂੰ ਆਸਮ ਨਹੀਂ ਅਗਰ ਰਹਿੰਦਾ ਇਕਤਦਾਰ ਵਿੱਚ, ਤੇ ਉਹ ਕੁਝ ਵੀ ਕਰੇਗਾ, ਕਿਉਂਕਿ ਆਖਰੀ ਉਮਰ ਦੀ ਮੁਹੱਬਤ ਜਿਹੜੀ ਹੈ ਨਾ, ਉਹ ਬੰਦੇ ਨੂੰ ਬੜੀ ਜ਼ਾਲਮ ਹੁੰਦੀ ਹੈ। ਉਹਨੂੰ ਲੈ ਦੇ ਬੈਗੀ, ਜਿਹੜਾ ਉਹਨੂੰ ਇਸ਼ਕ ਚੜਿਆ ਨਾ ਆਸਮ ਮੁਨੀਰ ਸਾਹਿਬ ਨੂੰ ਉਹਨਾਂ ਦੇ ਸਿਰ ਤੇ, ਉਹ ਲੈ ਦੇ ਬੈਗਾ। ਲੇਕਿਨ ਦੂਜੇ ਪਾਸੇ ਜਿਹੜੇ ਅੰਦਰ ਬੈਠੇ ਬੰਦੇ ਨੇ, ਉਹ ਸੋਚ ਰਹੇ ਨੇ, ਉਹਨਾਂ ਨੂੰ ਦਿਸ ਪਿਆ ਕਿ ਇਹ ਜਿਹੜਾ ਵਿੱਚ ਫਾਸਲਾ ਆ ਗਿਆ ਨਾ ਆਵਾਮ ਦਾ, ਔਰ ਇਹਨੂੰ ਸਿਰਫ ਇਮਰਾਨ ਖਾਨ ਪੂਰ ਕਰ ਸਕਦਾ। ਉਹਦੇ ਵਾਸਤੇ ਬੜੀ ਤੇਜ਼ੀ ਹੋਈ। ਦੂਜੀ ਇੱਕ ਚੀਜ਼ ਹੋਰ ਹੋਈ ਹੈ ਕਿ ਐਜ਼ ਏ ਇੰਸਟੀਟਿਊਸ਼ਨ ਜਿਹੜਾ ਨਾ, ਅਦਾਰੇ ਦੇ ਤੌਰ ਤੇ ਆਸਮ ਮੁਨੀਰ ਦੇ ਖਿਲਾਫ ਜਿਹੜੀ ਕਰਾਰਦਾਦ ਆਈ ਹੈ ਨਾ, ਉਹ ਤੋਂ ਬੜੀ ਤਕਲੀਫ ਉਹਨਾਂ ਨੂੰ। ਉਹ ਚਾਹੁੰਦੇ ਕਿਸੇ ਤਰੀਕੇ ਨਾਲ ਇਹ ਕਿਸੇ ਪਾਸੇ ਲੱਗੇ। ਉਹ ਇਹ ਹੁਣ ਚੀਜ਼ਾਂ ਜਿਹੜੀਆਂ ਨੇ ਬਹੁਤ ਇਸ ਪਾਸੇ ਜਾ ਰਹੀਆਂ ਨੇ। ਫਿਰ ਬਲੋਚਿਸਤਾਨ ਦੀ ਸਿਚੁਏਸ਼ਨ, ਬਲੋਚਿਸਤਾਨ ਦੇ ਵਿੱਚ ਇਹ ਹੈ ਕਿ ਇੱਥੋਂ ਤੱਕ ਖਬਰਾਂ ਆ ਰਹੀਆਂ ਨੇ ਕਿ ਬਲੋਚਿਸਤਾਨ ਦੇ ਵਿੱਚ ਕੁਝ ਜਿਹੜੇ ਜ਼ਿਲ੍ਹਾ ਨੇ, ਉਹ ਸ਼ਾਇਦ ਆਜ਼ਾਦੀ ਦਾ ਕਰਦੇ ਨੇ ਜਾਂ ਕੋਈ ਗੱਲ ਕਰਦੇ ਜਾਂ ਕੋਈ ਇਸ ਕਿਸਮ ਦੀ ਗੱਲ ਨੂੰ ਉੱਥੇ ਜਿਹੜੀਆਂ ਨਾ ਉਹ ਚੀਜ਼ਾਂ ਚੱਲ ਰਹੀਆਂ।
ਔਰ ਬਲੋਚਿਸਤਾਨ ਦੇ ਇੱਕ ਬਲੋਚੀ ਨਾਲ ਜਿਹੜੀ ਮੇਰੀ ਮੁਲਾਕਾਤ ਹੋਈ ਉਹਨਾਂ ਦੀ ਗੁਫ਼ਤਗੂ ਤੋਂ ਬਾਅਦ ਵੀ, ਔਰ ਬਾਸਰ ਬਲੋਚੀ ਮੈਂ ਤੁਹਾਨੂੰ ਦੱਸ ਰਿਹਾ, ਉਹਨਾਂ ਦੇ ਗੁਫ਼ਤਗੂ ਤੋਂ ਬਾਅਦ ਇਸ ਜਿਹਦੇ ਪਹੁੰਚਿਆ ਕਿ ਅਗਰ ਇਮਰਾਨ ਖਾਨ ਅੰਦਰ ਰਹਿੰਦਾ ਤੇ ਪਾਕਿਸਤਾਨ ਦਾ ਬਹੁਤ ਨੁਕਸਾਨ ਹੈ। ਇਮਰਾਨ ਖਾਨ ਦੇ ਅੰਦਰ ਰੱਖਣ ਦੇ ਵਿੱਚ ਜਾਂ ਅੰਦਰ ਰਹਿਣ ਦੇ ਵਿੱਚ ਉਹਨੂੰ ਆਸਮ ਮੁਨੀਰ ਵੀ ਇਸਤੇਮਾਲ ਹੋ ਜਾਏਗਾ, ਬਲੋਚਿਸਤਾਨ ਵੀ ਰਗੜਿਆ ਜਾਏਗਾ, ਪੰਜਾਬ ਦੀ ਸੂਰਤ ਹਾਲ ਬੜੀ ਖਰਾਬ ਹੁੰਦੀ ਜਾ ਰਹੀ ਹੈ। ਔਰ ਇਸ ਗੱਲ ਦਾ ਪਾਕਿਸਤਾਨ ਆਰਮੀ ਦੇ ਵਿੱਚ ਜਿਹੜੇ ਬੰਦੇ ਬੈਠੇ ਨੇ, ਅਫਸਰਾਨ ਬੈਠੇ ISA ਦੇ ਵਿੱਚ, ਉਹਨਾਂ ਨੂੰ ਪਤਾ ਲੱਗ ਗਿਆ ਕਿ ਇਮਰਾਨ ਖਾਨ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ। ਇੱਕੋ ਹੀ ਹੱਲ ਹੈ ਇਸ ਵਕਤ ਪਾਕਿਸਤਾਨ ਦੇ ਬਚਣ ਦਾ, ਚਾਹੇ ਉਹ ਅਮਰੀਕਾ ਨੂੰ ਫੇਸ ਕਰਨਾ, ਜਾਂ ਤੁਸੀਂ ਇੰਡੀਆ ਨੂੰ ਕਰਨਾ, ਜਾਂ ਚਾਈਨਾ ਨੂੰ ਕਰਨਾ, ਜਾਂ ਤੁਸੀਂ ਸਿਰਫ ਇੱਕ ਸ਼ਖਸ ਐਸਾ ਹੈ ਕਿ ਜਿਹੜਾ ਬੰਦਾ ਪਾਕਿਸਤਾਨ ਨੂੰ ਪੁੱਲ ਬਣ ਸਕਦਾ, ਦੂਰੀਆਂ ਦੂਰ ਕਰ ਸਕਦਾ। ਜਿਸ ਤਰ੍ਹਾਂ ਹਾਮਦ ਰਜ਼ਾ ਨੇ ਜਾ ਕੇ ਮਾਫੀ ਮੰਗ ਲਈ ਹੈ, ਇਸੇ ਤਰ੍ਹਾਂ ਮਾਫੀ ਮੰਗਣ ਵਾਸਤੇ ਦਿਲ ਵੱਡੇ ਚਾਹੀਦੇ ਹੁੰਦੇ ਨੇ, ਆਪਣੇ ਆਪ ਨੂੰ ਸਿੱਟਣਾ ਪੈਂਦਾ ਮਾਫੀ ਮੰਗਣ ਵਾਸਤੇ। ਬਲੋਚਿਸਤਾਨ ਨਾਲ ਜੋ ਕੋਈ ਸੂਰਤ ਹਾਲ ਬਣੀ ਹੈ, ਉਹਦੇ ਤੇ 2 ਮਿੰਟ ਤੁਹਾਨੂੰ ਮੈਂ ਉਹਦੇ ਬਾਰੇ 'ਚ 2 ਲਫ਼ਜ਼ ਇਹ ਨੇ ਕਿ ਸਾਨੂੰ ਅਹਿਸਾਸ ਬੜੀ ਲੇਟ ਹੋਇਆ, ਸਾਨੂੰ ਅਹਿਸਾਸ ਕਰਨਾ ਚਾਹੀਦਾ ਤੁਹਾਨੂੰ ਵੀ, ਸਾਰਿਆਂ ਨੂੰ, ਜਿੱਥੇ ਕਿਤੇ ਵੀ ਬੈਠੋ, ਮਾਰੰਗ ਬਲੋਚ ਨੂੰ ਰਿਹਾਈ ਵਾਸਤੇ, ਲੋਕਾਂ ਵਾਸਤੇ ਸਾਨੂੰ ਆਪਣੇ ਬਲੋਚੀ ਭੈਣ ਭਰਾਵਾਂ ਦੇ ਨਾਲ ਖਲੋਣਾ ਚਾਹੀਦਾ। ਇਸ ਤੋਂ ਇਲਾਵਾ ਹੁਣ ਰਸਤਾ ਕੋਈ ਨਹੀਂ ਹੈਗਾ ਤੁਹਾਡੇ ਕੋਲ। ਜੋ ਦੁੱਖ ਉਹਨਾਂ ਦੇ ਸੀ ਉਹੀ ਦੁੱਖ ਹੁਣ ਪੰਜਾਬ ਦਾ, ਜੋ KPK ਦਾ ਦੁੱਖ ਸੀ ਉਹੀ ਹੁਣ ਪੰਜਾਬ ਦਾ। ਸਿਰਫ ਇਸ ਦੁੱਖ ਨੇ ਸਾਨੂੰ ਇਕੱਠਿਆਂ ਕੀਤਾ, ਇੱਕ ਜਗ੍ਹਾ ਤੇ ਖੜਾ ਕਰਤਾ ਕਿ ਸਭ ਦਾ ਦੁੱਖ ਸਾਂਝਾ ਹੋ ਗਿਆ। ਪਹਿਲੇ KPK ਦੇ ਬੰਦੇ ਚੁੱਕੇ ਜਾ ਰਹੇ, ਕਿਸੇ ਨੂੰ ਨਹੀਂ ਪਤਾ, ਪੰਜਾਬੀ ਆਪਣੇ ਮਜ਼ੇ 'ਚ ਲੱਗੇ ਨੇ। ਬਲੋਚਿਸਤਾਨ ਜੋ ਹੋ ਰਿਹਾ ਕਿਸੇ ਨੂੰ ਨਹੀਂ ਪਤਾ, ਪੰਜਾਬੀ ਆਪਣੇ ਮਜ਼ੇ 'ਚ ਲੱਗੇ ਨੇ। ਲੇਕਿਨ ਹੁਣ ਨਹੀਂ ਸਰ, ਹੁਣ ਸਭ ਦਾ ਦੁੱਖ ਸਾਂਝਾ। ਉਹ ਦੁੱਖ ਇਹ ਹੈ ਕਿ ਸਾਡੇ ਬੰਦੇ ਗਾਇਬ ਕੀਤੇ ਜਾਂਦੇ, ਸਾਡੇ ਨਾਲ ਜ਼ੁਲਮ ਕੀਤਾ ਜਾਂਦਾ, ਸਾਡੇ ਨਾਲ ਜ਼ਿਆਦਤੀ ਕੀਤੀ ਜਾਂਦੀ। ਇਸ ਚੀਜ਼ ਦਾ ਇਹਨਾਂ ਨੂੰ ਪਤਾ ਲੱਗ ਗਿਆ ਫੌਜੀਆਂ ਨੂੰ ਕਿ ਭਾਜੀ ਹੁਣ ਅਸੀਂ ਹੋ ਗਏ ਨੰਗੇ, ਖਾਨ ਨੇ ਕਰਤਾ ਸਾਨੂੰ ਨੰਗਿਆਂ, ਹੋਰ ਕੋਈ ਰਸਤਾ ਸਾਡੇ ਕੋਲ ਬਚਿਆ ਕੋਈ ਨਹੀਂ ਹੈਗਾ। ਸਾਡੇ ਕੋਲ ਰਸਤਾ ਇੱਕ ਹੀ ਹੈ, ਉਹ ਇਹ ਹੈ ਕਿ ਇਮਰਾਨ ਖਾਨ ਨੂੰ ਜਿਹੜਾ ਨਾ ਛੱਡਿਆ ਜਾਏ। ਮੇਰੀ ਅਸੈਸਮੈਂਟ ਇਹ ਹੈ, ਮੇਰਾ ਦਿਲ ਇਹ ਕਹਿ ਰਿਹਾ, ਮੈਨੂੰ ਇਹ ਚੀਜ਼ਾਂ ਲੱਗ ਰਹੀਆਂ ਕਿ ਸਾਡੀ PTI ਦੀ, ਸਾਡੀ ਲੀਡਰਸ਼ਿਪ ਨੂੰ ਵੀ ਨਹੀਂ ਪਤਾ ਕਿ ਇਮਰਾਨ ਖਾਨ ਬਾਹਰ ਆ ਰਿਹਾ। ਉਹ ਵੀ ਆਪਣੇ ਆਪਣੇ ਕੰਮਾਂ 'ਚ ਲੱਗੇ ਨੇ। ਜੋ ਚੀਜ਼ਾਂ ਚੱਲ ਰਹੀਆਂ ਨੇ, ਜੋ ਚੀਜ਼ਾਂ ਹੋ ਰਹੀਆਂ ਨੇ, ਉਹ ਚੀਜ਼ਾਂ ਇਸ ਪਾਸੇ ਨੇ। ਸਿਰਫ ਹੁਣ ਇੱਕ ਸ਼ਖਸ ਜਿਹੜਾ ਨਾ ਉਹ ਅੜਿਆ ਜ਼ਿੱਦ ਤੇ, ਉਹਨੇ ਆਡਾ ਲੈ ਲਿਆ, ਉਹ ਹੈ ਆਸਮ ਮੁਨੀਰ। ਆਸਮ ਮੁਨੀਰ ਇੱਕ ਐਸਾ ਸ਼ਖਸ ਹੈ ਜਿਹੜਾ ਹੁਣ ਉਹਨੂੰ ਇਹ ਸਮਝ ਨਹੀਂ ਆ ਰਹੀ ਕਿ ਅਗਰ ਪਾਕਿਸਤਾਨ, ਉਹ ਹੁਣ ਮੇਰਾ ਖਿਆਲ ਹੈ, ਮੇਰਾ ਆਪਣਾ ਆਈਡੀਆ ਹੈ ਕਿ ਉਹ ਹੁਣ ਐਸੇ ਇਹ ਸੋਚ ਰਿਹਾ ਕਿ ਅਗਰ ਪਾਕਿਸਤਾਨ ਟੁੱਟ ਜਾਏ ਮੇਰੇ ਇਸ਼ਕ ਦੇ ਨਤੀਜੇ ਦੇ ਵਿੱਚ, ਤੇ ਫਿਰ ਮੈਂ ਕਿਹੜੇ ਮੁਲਕ 'ਚ ਜਾ ਕੇ ਰਹਿਣਾ। ਉਹ ਮੁਲਕ ਹੁਣ ਕਿਹੜੇ ਹੋਣਗੇ, ਉਹਦੇ ਕੋਲ 4 ਆਪਸ਼ਨਾਂ ਨੇ। ਇੱਕ ਮੁਲਕ ਬਲੋਚਿਸਤਾਨ ਹੋਏਗਾ, ਇੱਕ ਪੰਜਾਬ ਹੋਏਗਾ, ਇੱਕ ਪੱਖਰ ਕਮਾਲੀਆ ਹੋਏਗਾ, ਇੱਕ ਜੋ ਵੀ ਹੋ, ਜਿਹੜੇ ਵੀ ਟੋਟੇ ਬਣੇ ਉਹਨਾਂ ਵਿੱਚੋਂ ਕਿਸੇ ਇੱਕ 'ਚ ਜਾਣਾ, ਜਾਂ ਮੈਂ ਰਿਟਾਇਰਮੈਂਟ ਲੈ ਕੇ ਬਾਹਰ ਨਿਕਲ ਜਾਣਾ। ਆਸਮ ਮੁਨੀਰ ਨੇ ਹੁਣ ਫੈਸਲਾ ਕਰਨਾ ਕਿ ਉਹਨੇ ਅਗਰ ਇੱਥੇ ਹੀ ਰਹਿਣਾ ਤੇ ਆਪਣੀ ਗਲਤੀਆਂ ਮਾਫ ਕਰਨੀਆਂ ਪੈਣੀਆਂ, ਮਾਫੀ ਮੰਗਣੀ ਪੈਣੀ ਉਹਨੂੰ। ਇਹ ਜਿਹੜਾ ਹੈ ਹੁਣ ਜਿਹੜੀ ਜੰਗ ਹੈ ਨਾ, ਬਹੁਤ ਤੇਜ਼ੀ ਨਾਲ ਜਿਹੜੀ ਨਾ ਉਹ ਆਪਣੇ ਅੰਜਾਮ ਵੱਲ ਪਹੁੰਚ ਰਹੀ ਹੈ। ਓਵਰਸੀਜ਼ ਪਾਕਿਸਤਾਨ ਜਿੱਥੇ ਗੱਲ ਹੈ, ਉਹਨਾਂ ਨੂੰ ਇੱਕ ਚੀਜ਼ ਸਮਝਣ ਦੀ ਜ਼ਰੂਰਤ ਹੈ। ਉਹਨਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਸਾਡਾ ਬਾਹਰ ਬੈਠਿਆਂ ਦਾ ਸਾਡਾ ਆਪਣਾ ਇੱਕ ਰੋਲ, ਆਪਣਾ ਕਿਰਦਾਰ ਹੈ ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਦੀ ਸਿਆਸਤ ਦੇ ਵਿੱਚ। ਬਾਹਰ ਰਹਿੰਦੇ ਹੋਏ ਸਾਡਾ ਇੱਕ ਆਪਣਾ ਕਿਰਦਾਰ, ਔਰ ਪਾਕਿਸਤਾਨ ਦੇ ਸਿਆਸਤਦਾਨਾਂ ਦਾ ਪਾਕਿਸਤਾਨ ਦੀ ਸਿਆਸਤ ਦੇ ਵਿੱਚ ਇੱਕ ਆਪਣਾ ਕਿਰਦਾਰ। ਸਾਡਾ ਕਿਰਦਾਰ ਜਿਹੜਾ ਨਾ, ਸਾਨੂੰ ਆਪਣੇ ਕਿਰਦਾਰ ਨੂੰ ਦੇਖਣਾ ਚਾਹੀਦਾ ਕਿ ਅਸੀਂ ਕੀ ਕਰ ਸਕਦੇ ਹਾਂ। ਹੁਣ ਇਹ ਜਿਹੜਾ ਜਾ ਕੇ ਇੱਥੋਂ ਜਾ ਕੇ ਮਿਲੇ ਨੇ ਇਮਰਾਨ ਖਾਨ ਦੀ ਰਿਹਾਈ ਵਾਸਤੇ, ਸਰ ਤੁਸੀਂ ਇਮਰਾਨ ਖਾਨ ਦੀ ਰਿਹਾਈ ਨਹੀਂ ਕਰਾ ਸਕਦੇ। ਇਮਰਾਨ ਖਾਨ ਦੀ ਰਿਹਾਈ ਦੇ ਵਿੱਚ ਜਿਹੜਾ ਰੋਲ ਪਲੇ ਕਰਨਾ, ਤੁਸੀਂ ਜਦੋਂ ਰੋਲ ਪਲੇ ਕਰੋ, ਇਹ ਨਹੀਂ ਕਿ ਤੁਸੀਂ ISI ਨਾਲ ਜਾ ਕੇ ਗੱਪਸ਼ਪ ਕਰਨੀ ਹੈ। ਤੁਹਾਡਾ ਰੋਲ ਸਿਰਫ ਇੰਨਾ ਕਿ ਤੁਸੀਂ ਬਾਹਰ ਲੌਬਿੰਗ ਕਰਨੀ ਹੈ। ਤੁਸੀਂ ਅਮਰੀਕਾ, ਫਰਾਂਸ, ਜਰਮਨੀ, ਨਾ ਜਿਹੜਾ ਮਰਜ਼ੀ ਲੈ ਲਓ ਦੁਨੀਆ ਦੇ ਮੁਲਕਾਂ ਜਿੱਥੇ ਤੁਸੀਂ ਰਹਿੰਦੇ, ਆਪਣੇ MPs ਕੋਲ ਜਾਓ, ਆਪਣੇ MNAs ਕੋਲ ਜਾਓ, ਆਪਣੇ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਓ, ਉਹਨਾਂ ਨੂੰ ਦੱਸੋ ਕਿ ਹਿਊਮਨ ਰਾਈਟ ਵਾਇਲੇਸ਼ਨ ਕੀ ਹੋ ਰਹੀ, ਇਨਸਾਨੀ ਹਕੂਕ ਦੀ ਖਿਲਾਫਵਰਜ਼ੀਆਂ ਹੋ ਰਹੀਆਂ। ਉੱਥੇ ਲੋਕਾਂ ਨੂੰ ਜੁੱਤੀਆਂ ਪੈ ਰਹੀਆਂ, ਬਗੈਰ ਦੱਸੇ ਬੰਦੇ ਚੁੱਕ ਲੈਂਦੇ ਨੇ ਉਹਨਾਂ ਨੂੰ। ਜਿਹੜਾ ਬੰਦਾ ਕੋਈ ਟਵੀਟ ਕਰਦਾ, ਟਵੀਟਰ ਤੇ ਬੈਠਣ ਚੁੱਕ ਲੈਂਦੇ ਨੇ। ਉੱਥੇ ਉਹਨਾਂ ਨੂੰ ਇਹ ਦੱਸੋ, ਸਾਡਾ ਇਹ ਕੰਮ ਹੈ ਉਹਨੂੰ ਹਾਈਲਾਈਟ ਕਰਨਾ, ਉਹਨੂੰ ਉਜਾਗਰ ਕਰਨਾ, ਉਹਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ। ਸਾਡਾ ਇਹ ਕੰਮ ਹੈ। ਸਾਡਾ ਕੰਮ ਇਹ ਨਹੀਂ ਹੈਗਾ ਕਿ ਇੱਥੋਂ ਜਾ ਕੇ ਮੀਟਿੰਗ ਕਰੀ ISI ਨਾਲ ਕਿ ਜੀ ਤੁਸੀਂ ਇਮਰਾਨ ਖਾਨ ਛੱਡ ਦਿਓ। ਚਲੋ ਅਗਰ ਤੁਸੀਂ ਗੱਲ ਕਰਨੀ ਵੀ ਹੈ, ਤੁਸੀਂ ਅਗਰ ਉੱਥੇ ਜਾਣਾ ਵੀ ਹੈ, ਤਾਂ ਤੁਸੀਂ ਕਿਸੇ ਢੁੱਕ ਤਰੀਕੇ ਨਾਲ ਜਾਓ ਨਾ। ਉਹਨੂੰ ਕਹੋ ਠੀਕ ਹੈ ਜੀ, ਅਸੀਂ ਤੁਹਾਨੂੰ ਮਿਲਣ ਵਾਸਤੇ ਆ ਰਹੇ ਹਾਂ, ਸਾਡੇ 4 ਬੰਦੇ ਛੱਡ ਦਿਓ ਜਾਂ ਸਾਡੇ 2 ਬੰਦੇ ਛੱਡ ਦਿਓ, ਤੇ ਫਿਰ ਆਪਣਾ ਕੋਈ ਦਿਓ। ਇਸ ਵੇਲੇ ਪੋਜੀਸ਼ਨ ਇਹ ਹੈ ਕਿ ISI ਵੀ ਚਾਹ ਰਹੀ ਹੈ, ਵਿੱਚ ਬਹੁਤ ਸਾਰੇ ਅਦਾਰੇ ਹੋਰ ਵੀ ਚਾਹ ਰਹੇ ਆ ਕਿ ਕਿਸੇ ਤਰੀਕੇ ਦੇ ਨਾਲ ਇਹ ਮਾਮਲਾ ਜਿਹੜੇ ਆ ਨਾ, ਇਹ ਕਿਸੇ 28 ਵਾਲੇ ਪਾਸੇ ਚੱਲ ਜਾਣ। ਲੇਕਿਨ ਆਸਮ ਮੁਨੀਰ ਨਹੀਂ ਚਾਹ ਰਿਹਾ। ਦੂਸਰਾ ਮੁਲਕ ਆਸਮ ਸਾਹਿਬ ਨੇ, ਉਹ ਵੀ ਹੁਣ ਜਿਹੜੇ ਨਾ, ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਲੱਗੀ ਹੋਈ ਹੈ, ਲੇਕਿਨ ਉਹ ਅੜੇ ਨੇ। ਗੋਲੀਆਂ ਲੱਗੀਆਂ ਉਹ ਨਹੀਂ ਮੰਨਦੇ, ਇਮਰਾਨ ਖਾਨ ਨਾਲ ਕੋਈ ਜ਼ੁਲਮ ਜ਼ਿਆਦਤੀ ਇਹ ਨਹੀਂ ਮੰਨਦੇ। ਉਸਮਾਨ ਬਜ਼ਾਰ ਹਜੇ ਤੱਕ ਉਹਨਾਂ ਦੇ ਦਿਮਾਗ 'ਚ ਫਸਿਆ, ਉਸਮਾਨ ਬਜ਼ਾਰ ਉਸਮਾਨ ਬਜ਼ਾਰ ਕਿੱਥੇ ਬੈਠਾ, ਇਹਨਾਂ ਦੇ ਨਾਲ ਬੈਠਾ। ਸੋ ਉਹਨਾਂ ਦੀਆਂ ਚਵਲਾਂ ਜਿਹੜੀਆਂ ਨਾ ਉਹ ਉਸ ਲੈਵਲ ਤੱਕ ਨੇ, ਲੇਕਿਨ ਦਿਲੋਂ ਮੰਨ ਚੁੱਕੇ ਹੋਏ ਨੇ, ਔਰ ਬਾਹਰ ਦਾ ਪ੍ਰੈਸ਼ਰ ਵੀ ਹੈ। ਔਰ ਪਾਕਿਸਤਾਨ ਨੂੰ ਟੁੱਟਣ ਤੋਂ ਬਚਾਉਣ ਵਾਸਤੇ, ਪਾਕਿਸਤਾਨ ਦੇ ਵਿੱਚ ਸਟੇਬਿਲਿਟੀ ਲਿਆਉਣ ਵਾਸਤੇ, ਉਹ ਇਕਾਨਮੀ ਦੇਖ ਲਓ, ਬਾਹਰੋਂ ਕੋਈ ਪੈਸਾ ਨਹੀਂ ਆ ਰਿਹਾ। ਆਸਮ ਮੁਨੀਰ ਸਾਹਿਬ ਨੇ ਉਹ CSF ਪਤਾ ਨਹੀਂ ਕਿ ISI ਕੀ ਬਣਾਈ ਸੀ, ਉਹਨਾਂ ਨੇ ਇੱਕ ਅਦਾਰਾ ਜਿਹਾ ਬਣਾਇਆ ਸੀ, ਮੈਂ ਉਹਦੇ ਨਾਂ ਹੀ ਨਹੀਂ ਚੱਲਣ ਰਿਹਾ, ਉਹਦੀ ABC ਨਹੀਂ ਮੈਨੂੰ ਆਉਣ ਡਈ।
ਉੱਥੇ ਵੀ ਉਹਨਾਂ ਕੋਲ ਕੋਈ ਪੈਸਾ ਨਹੀਂ ਆਇਆ। ਸੋ ਕਿੱਸਾ ਮੁਕਤਸਰ ਇਹ ਹੈ ਕਿ ਹੁਣ ਆ ਜਾ ਕੇ ਸਾਰਾ ਕੁਝ ਜਿਹੜਾ ਨਾ ਇਮਰਾਨ ਖਾਨ ਦੇ ਇਰਦ ਗਿਰਦ ਆਸੇ-ਪਾਸੇ ਘੁੰਮਣ ਡਿਆ, ਔਰ ਇਹਦੇ ਵਾਸਤੇ ਇਮਰਾਨ ਖਾਨ ਦੀ ਰਿਹਾਈ ਬਹੁਤ ਜ਼ਰੂਰੀ ਹੈ, ਔਰ ਇਮਰਾਨ ਖਾਨ ਦੀ ਰਿਹਾਈ ਹੋ ਜਾਣੀ ਹੈ। ਅਗਰ ਤੇ ਪਾਕਿਸਤਾਨ ਦੀ ISI ਇਸ ਨਤੀਜੇ ਪਹੁੰਚ ਜਾਂਦੀ ਹੈ, ਖੁਫੀਆ ਅਦਾਰੇ ਜਾਂ ਜਿਹੜੇ ਵੀ ਐਸ ਦੀ ਅਸੈਸਮੈਂਟ ਦੀ ਜਿਹੜੀ ਹੈ ਨਾ ਹੁਣ ਇਸ ਪਾਸੇ ਸਿੱਧੀ ਹੋਣ ਡਈ ਹੈ ਕਿ ਪਾਕਿਸਤਾਨ ਨੂੰ ਜੋੜਨ ਦੀ ਜ਼ਰੂਰਤ ਹੈ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਪੰਜਾਬ ਸਾਰੇ ਦਾ ਸਾਰਾ ਜਾ ਕੇ ਸਾਰੀਆਂ ਪਾਰਟੀਆਂ ਕੁਵੇਟਾ ਜਾ ਕੇ ਬਹਿ ਗਈਆਂ ਔਰ ਉੱਥੇ ਇੱਕ ਪੈਗਾਮ ਦੇ ਰਹੀਆਂ ਕਿ ਤੁਹਾਡਾ ਖੂਨ ਸਾਡਾ ਖੂਨ ਇੱਕ ਬਰਾਬਰ ਹੈ, ਤੁਹਾਡੀਆਂ ਭੈਣਾਂ ਤੁਹਾਡੀਆਂ ਧੀਆਂ ਫੜੀਆਂ ਗਈਆਂ, ਅਸੀਂ ਉਹਨਾਂ ਦੇ ਨਾਲ ਹਾਂ, ਸਾਡੀਆਂ ਜਿਹੜੀਆਂ ਭੈਣਾਂ ਧੀਆਂ ਜਿਹੜੀਆਂ ਉਹ ਫੜੀਆਂ, ਇੱਕ ਸਾਡਾ ਦੁੱਖ ਹੈ, ਇੱਕ ਸਾਡੀ ਤਕਲੀਫ ਹੈ। ਇਸ ਨਤੀਜੇ ਤੇ ਹੁਣ ਜਦੋਂ ਪਹੁੰਚ ਕੇ ਐਡਾ ਵੱਡਾ ਜਿਹੜਾ ਜਲਸਾ ਹੈ, ਮੈਨੂੰ ਬੜੀ ਖੁਸ਼ੀ ਹੋਈ ਹੈ ਹਾਮਦ ਰਜ਼ਾ ਦੀ ਸਪੀਚ ਸੁਣ ਕੇ, ਤਕਰੀਰ ਸੁਣ ਕੇ, ਬਾਕੀ ਲੋਕਾਂ ਦੀ ਤਕਰੀਰਾਂ ਸੁਣ ਕੇ, ਕਿ ਸਾਨੂੰ ਹੁਣ ਇਸ ਭੁਲੇਖੇ 'ਚ ਨਿਕਲ ਜਾਣਾ ਚਾਹੀਦਾ। ਹੁਣ ਮੈਂ ਇੱਕ ਜਗ੍ਹਾ ਬੈਠਾ, ਕਿਤੇ ਬਲੋਚੀ ਨੇ ਕਿਸੇ ਨੇ ਗੱਲ ਕੀਤੀ ਜੀ ਜਦੋਂ ਇਮਰਾਨ ਖਾਨ ਹੁਕੂਮਤ 'ਚ ਆਏਗਾ ਤੇ ਭੁੱਲ ਜਾਏਗਾ, ਤੇ ਮੈਂ ਉਹਨੂੰ ਇਹ ਗੱਲ ਕਹੀ ਸੀ, ਇਹ ਗੱਲ ਤੁਹਾਡੇ ਨਾਲ ਵੀ ਸ਼ੇਅਰ ਕਰਾਂ, ਤੁਹਾਨੂੰ ਵੀ ਕਹਾਂਗਾ ਇਸ ਕੰਮ ਤੇ ਕਾਇਮ ਰਹੋ। ਹੁਣ ਭੁੱਲਣਾ ਨਹੀਂ, ਹੁਣ ਬਲੋਚੀਆਂ ਦੀ ਤਕਲੀਫ ਨੂੰ ਭੁੱਲਣਾ ਨਹੀਂ, ਹੁਣ ਪਠਾਣਾਂ ਦੀ ਤਕਲੀਫ ਨੂੰ ਭੁੱਲਣਾ ਨਹੀਂ। ਉਹਨਾਂ ਤਕਲੀਫ ਨੂੰ ਆਪਣੀ ਤਕਲੀਫ ਸਮਝੋਗੇ ਤਾਂ ਅੱਗੇ ਨਿਕਲੋਗੇ। ਆਖਰ ਸਿਰਫ ਇਹਨਾਂ ਕਹਾਂਗਾ ਕਿ ਤੁਹਾਨੂੰ ਇੱਕ ਵਾਰੀ ਬਾਹਰ ਨਿਕਲਣਾ ਪੈਣਾ, ਪੰਜਾਬ ਨੂੰ ਇੱਕ ਵਾਰੀ ਬਾਹਰ ਨਿਕਲਣਾ ਪੈਣਾ। 2-3 ਦਿਨ ਦੀ ਗੇਮ ਹੈ, ਤੁਸੀਂ ਬਾਹਰ ਨਿਕਲੋਗੇ ਤਾਂ ਕੰਮ ਠੀਕ ਹੋ ਜਾਏਗਾ। ਖਾਨ ਸਾਹਿਬ ਬਾਹਰ ਆ ਜਾएंगे ਔਰ ਇਹ ਫੌਜੀ ਜਿਹੜੇ ਨੇ ਆਪਣੇ ਨੁਕਰਾਂ ਚੱਲ ਰਾਸਮ ਮਨੀਰ ਸਾਹਿਬ ਵਾਸਤੇ ਇੱਕ ਮਸ਼ਵਰਾ, ਇਸਤੀਫਾ ਦਿਓ ਸਰ, ਬਾਹਰ ਨਿਕਲ ਜਾਓ, ਖੱਬੇ ਨਿਕਲ ਜਾਓ, ਸੱਜੇ ਨਿਕਲ ਜਾਓ, ਦੌੜ ਜਾਓ ਕਿਤੇ ਜਾ ਕੇ ਡਿਜ਼ਨੀਲੈਂਡ 'ਚ ਬੱਚਿਆਂ ਦੇ ਨਾਲ ਜਾ ਕੇ ਬੈਠੋ ਔਰ ਇਹ ਭੁੱਲ ਜਾਓ ਕਿ ਤੁਹਾਡੀ ਧੀਆਂ ਦੀ ਇੱਜ਼ਤ ਬਾਕੀ ਕਿਸੇ ਦੀ ਇੱਜ਼ਤ ਨਹੀਂ। ਇਹ ਹੁਣ ਹੋਣਾ ਨਹੀਂ। ਆਪਣਾ ਬਹੁਤ ਖਿਆਲ ਰੱਖਿਆ ਜੀ। ਅੱਲਾ ਹਾਫਿਜ਼।